प्यारे विद्यार्थियों, आप सब ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਜਵੰਤ ਕੌਰ, ਪੰਜਾਬੀ ਅਧਿਆਪਿਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੀ ਬੁੱਚੀਆਂ, ਜ਼ਿਲ੍ਹਾ ਗੁਰਦਾਸਪੁਰ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਮੁਹਾਵਰਿਆਂ ਬਾਰੇ ਪੜਾਂਗੇ। ਮੁਹਾਵਰੇ ਪੰਜਾਬੀ ਵਿਆਕਰਣ ਦਾ ਹਿੱਸਾ ਹਨ। ਮੁਹਾਵਰੇ ਜਦੋਂ ਅਸੀਂ ਬੇਟਾ ਕੋਈ ਗੱਲਬਾਤ ਕਰਦੇ ਹਾਂ ਤੇ ਗੱਲਬਾਤ ਕਰਦੇ ਸਮੇਂ ਜਿੰਨੀ ਜ਼ਿਆਦਾ ਵਰਤੋਂ ਅਸੀਂ ਮੁਹਾਵਰਿਆਂ ਦੀ ਕਰਾਂਗੇ, ਸਾਡੀ ਗੱਲਬਾਤ ਉਨੀ ਹੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਮੁਹਾਵਰਿਆਂ ਦਾ ਅਰਥ ਹੀ ਗੱਲਬਾਤ ਹੁੰਦਾ ਹੈ ਤੇ ਜਦੋਂ ਅਸੀਂ ਕੋਈ ਗੱਲਬਾਤ ਕਰਦੇ ਹਾਂ ਤਾਂ ਸਾਡੀ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਵਾ ਉਹ ਬਹੁਤ ਹੀ ਰੋਚਕ ਤੇ ਪ੍ਰਭਾਵਸ਼ਾਲੀ ਬਣ ਜਾਂਦਾ। ਉਹ ਕਿਸ ਤਰ੍ਹਾਂ ਬਣਦਾ ਵਾ? ਜਿੰਨੀ ਅਸੀਂ ਮੁਹਾਵਰਿਆਂ ਦੀ ਆਪਣੀ ਗੱਲਬਾਤ ਦੇ ਵਿੱਚ ਵਰਤੋਂ ਕਰਦੇ ਹਾਂ, ਸਾਡੀ ਗੱਲਬਾਤ ਉਨੀ ਹੀ ਸਰੋਤੇ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵ ਪਾ ਕੇ ਉਹਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ, ਕਿਉਂਕਿ ਮੁਹਾਵਰਿਆਂ ਦੇ ਵਿੱਚ ਜੀਵਨ ਦਾ ਸੱਚ ਜਿਹੜਾ ਉਹ ਸ਼ਾਮਲ ਹੁੰਦਾ ਹੈ। ਇਹਦੇ ਵਿੱਚ ਜੇ ਅਸੀਂ ਕੋਈ ਪ੍ਰਤੀਕ, ਬਿੰਬ, ਚਿੰਨ੍ਹ ਵੀ ਅਸੀਂ ਵਰਤਦੇ ਹਾਂ ਤੇ ਉਹ ਵੀ ਸਾਡੀ ਪੰਜਾਬੀ ਸੱਭਿਆਚਾਰ ਨਾਲ ਹੀ ਸੰਬੰਧਿਤ ਹੁੰਦੇ ਹਨ। ਇਹ ਜ਼ਿੰਦਗੀ ਦਾ ਸੱਚ ਹੁੰਦੇ ਹਨ, ਜਿਹੜੇ ਕਿ ਸਾਡੇ ਜੀਵਨ ਦੇ ਵਿੱਚ ਮਾਰਗਦਰਸ਼ਨ ਕਰਨ ਦੇ ਵਿੱਚ ਵੀ ਬਹੁਤ ਸਹਾਈ ਹੁੰਦੇ ਹਨ। ਇਹਨਾਂ ਦੇ ਅਰਥ ਬਹੁਤ ਹੀ ਡੂੰਘੇ ਹੁੰਦੇ ਹਨ ਤੇ ਬੇਟਾ ਅਸੀਂ ਵਿਆਕਰਣ ਦੇ ਵਿੱਚ ਮੁਹਾਵਰਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਦੋਂ ਸਿੱਖਦੇ ਹਾਂ, ਇਹਨਾਂ ਦੀ ਵਾਕਾਂ ਦੇ ਵਿੱਚ ਵਰਤੋਂ ਕਰਦੇ ਹਾਂ ਤੇ ਇਹ ਸਾਰਾ ਕੰਮ ਬੇਟਾ ਕਿਸ ਤਰ੍ਹਾਂ ਹੁੰਦਾ ਹੈ? ਅਭਿਆਸ ਦੇ ਨਾਲ। ਜਦੋਂ ਅਸੀਂ ਲਗਾਤਾਰ ਕਿਸੇ ਵੀ ਕੰਮ ਦੇ ਉੱਤੇ ਅਭਿਆਸ ਕਰਦੇ ਹਾਂ ਤੇ ਸਾਨੂੰ ਹਮੇਸ਼ਾ ਹੀ ਉਸ ਕੰਮ ਦੇ ਵਿੱਚ ਨਤੀਜਾ ਵਧੀਆ ਹੀ ਮਿਲਦਾ ਹੈ। ਤੇ ਅੱਜ ਅਸੀਂ ਆਪਣੇ ਇਸ ਵਿਸ਼ੇ ਦੇ ਉੱਤੇ, ਮੁਹਾਵਰਿਆਂ ਦੇ ਉੱਤੇ ਜਾਣਾਂਗੇ ਕਿ ਮੁਹਾਵਰਾ ਕੀ ਹੁੰਦਾ ਹੈ, ਮੁਹਾਵਰਾ ਕਿਸ ਸ਼ਬਦ ਤੋਂ ਆਇਆ ਹੈ, ਮੁਹਾਵਰੇ ਦਾ ਅਰਥ ਕੀ ਹੁੰਦਾ ਹੈ, ਇਹਦੇ ਨੁਕਤੇ ਕੀ ਹੈ, ਇਹਦੀਆਂ ਵਿਸ਼ੇਸ਼ਤਾਵਾਂ ਕੀ ਹਨ ਅਤੇ ਨਾਲ ਹੀ ਅਸੀਂ ਇਹ ਵੀ ਦੇਖਾਂਗੇ ਕਿ ਮੁਹਾਵਰਿਆਂ ਨੂੰ ਅਸੀਂ ਵਾਕਾਂ ਵਿੱਚ ਕਿਵੇਂ ਵਰਤਣਾ ਹੈ। ਚਲੋ ਅਸੀਂ ਬੱਚੇ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਮੁਹਾਵਰੇ ਸੰਬੰਧੀ ਕੁਝ ਵਿਸ਼ੇਸ਼ ਨੁਕਤੇ ਅਤੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਦੇ ਹਾਂ। ਕੋਈ ਵੀ ਭਾਸ਼ਾ ਵਾ ਉਹਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਮੁਹਾਵਰੇ ਬਹੁਤ ਹੀ ਸਕਾਰਤ ਸਿੱਧ ਹੁੰਦੇ ਹਨ। ਲਿਖਤ ਨੂੰ ਵੱਧ ਤੋਂ ਵੱਧ ਪ੍ਰਭਾਵਸ਼ਾਲੀ ਅਸੀਂ ਤਾਂ ਹੀ ਬਣਾ ਸਕਦੇ ਹਾਂ ਜੇਕਰ ਅਸੀਂ ਆਪਣੀ ਲਿਖਤ ਦੇ ਵਿੱਚ ਬਹੁਤ ਸਾਰੇ ਮੁਹਾਵਰਿਆਂ ਨੂੰ ਵਰਤਦੇ ਹਾਂ। ਇਹਦੇ ਨਾਲ ਲਿਖਤ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਹੁੰਦੀ ਹੈ। ਮੁਹਾਵਰੇ ਡੂੰਘੇ ਤੇ ਰੋਚਕ ਅਰਥ ਰੱਖਦੇ ਹਨ। ਮੁਹਾਵਰੇ ਦਾ ਮੂਲ ਰੂਪ ਪਰਿਵਰਤਨ ਨਹੀਂ। ਵਿਸ਼ੇਸ਼ ਪੂਰਵ ਨਿਯਤ ਕਿਰਿਆ, ਸ਼ਬਦ, ਬਿੰਬ ਜਾਂ ਦ੍ਰਿਸ਼ ਪੰਜਾਬੀ ਸੱਭਿਆਚਾਰ ਵਿੱਚੋਂ। ਮੁਹਾਵਰੇ ਵਿੱਚ ਜੋ ਵੀ ਬਿੰਬ ਜਾਂ ਦ੍ਰਿਸ਼ ਲਏ ਜਾਂਦੇ ਨੇ ਉਹ ਆਪਣੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੀ ਲਏ ਜਾਂਦੇ ਹਨ। ਲੋਕ ਸਿਆਣਪਾਂ ਨਾਲ ਭਰਪੂਰ ਹੁੰਦੇ ਹਨ। ਮੁਹਾਵਰੇ ਦੇ ਵਿੱਚ ਸਾਡੇ ਜੀਵਨ ਦੀਆਂ ਜੋ ਸਿਆਣਪਾਂ, ਜੋ ਹੰਢਾਈ ਗਈ ਜੋ ਵੀ ਗੱਲਬਾਤ ਆ, ਉਹਦੇ ਨਾਲ ਸਿਆਣਪਾਂ ਦੇ ਨਾਲ ਭਰਪੂਰ ਹੁੰਦੇ ਹਨ। ਲੋਕ ਸਿਆਣਪਾਂ ਦੇ ਪ੍ਰਤੀਕ ਵੀ ਹਨ। ਇਹਨਾਂ ਦੇ ਜਿਹੜੇ ਅਰਥ ਹੁੰਦੇ ਉਹ ਸਿੱਧੇ ਤੇ ਸਰਲ ਹੁੰਦੇ ਹਨ। ਬੇਟਾ ਅਸੀਂ ਮੁਹਾਵਰੇ ਦੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਜਾਣਦੇ ਹਾਂ। ਮੁਹਾਵਰੇ ਦੇ ਅੰਤਲੇ ਸ਼ਬਦ ਦੇ ਅੰਤ ਉੱਤੇ ਨਾ, ਨੀ, ਨੇ, ਨਾ, ਆ ਆਦਿ ਹੁੰਦਾ ਹੈ। ਮੁਹਾਵਰੇ ਦਾ ਅੰਤਲਾ ਸ਼ਬਦ ਭਾਵ ਆਰਥਕ ਹੁੰਦਾ ਹੈ। ਉਹ ਕਿਵੇਂ? ਜਿਵੇਂ ਉਦਾਹਰਨ ਵਜੋਂ ਦੇਖੋ, ਉੱਲੂ ਸਿੱਧਾ ਕਰਨਾ, ਉਲਟੇ ਚਾਲੇ ਫੜਨੇ, ਅੱਖ ਨੀਵੀਂ ਕਰਨੀ, ਸਾਖੀ ਭਰਨੀ, ਹੱਥ ਅੱਡਣੇ, ਖੁੰਬ ਠੱਪਣਾ, ਕਬਰ ਵਿੱਚ ਹੋਣਾ, ਤਿੱਤਰ ਹੋ ਜਾਣਾ। ਇਹ ਸਾਰੇ ਕੀ ਆ? ਮੁਹਾਵਰੇ ਦੇ ਸ਼ਬਦ ਭਾਵ ਅਰਥ। ਬੇਟਾ ਅੱਗੇ ਹੈ, ਜਦੋਂ ਮੁਹਾਵਰਿਆਂ ਦੀ ਵਰਤੋਂ ਵਾਕਾਂ ਵਿੱਚ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਮੁਹਾਵਰੇ ਦੀ ਕਿਰਿਆ ਵਿੱਚ ਲਿੰਗ, ਵਚਨ, ਕਾਲ ਅਤੇ ਪੁਰਖ ਅਨੁਸਾਰ ਪਰਿਵਰਤਨ ਆ ਜਾਂਦਾ। ਉਹ ਕਿਵੇਂ? ਜਿਵੇਂ ਹੱਥ ਬੰਨਣਾ, ਹੱਥ ਬੰਨੇ, ਹੱਥ ਬੰਨਣੀਆਂ, ਹੱਥ ਬੰਨਣਗੇ, ਸਿਰ ਦੇਣਾ, ਸਿਰ ਦਿੱਤਾ, ਸਾਰੇ ਸ਼ਬਦ। ਇਸੇ ਤਰ੍ਹਾਂ ਹੀ ਬੇਟਾ ਅੱਗੇ ਇਹਦੀ ਇੱਕ ਵਿਸ਼ੇਸ਼ਤਾ ਹੋਰ ਹੈਗੀ ਆ ਕਿ ਮੁਹਾਵਰੇ ਦੀ ਕਿਰਿਆ ਵਿੱਚ ਭਾਵੇਂ ਲਿੰਗ, ਵਚਨ, ਕਾਲ ਅਤੇ ਪੁਰਖ ਮੁਤਾਬਕ ਪਰਿਵਰਤਨ ਆ ਜੇ, ਹੋ ਜੇ, ਵਾਪਰ ਜਾਵੇ, ਪਰੰਤੂ ਕਿਰਿਆ ਦਾ ਜਿਹੜਾ ਧਾਤੂ ਹੁੰਦਾ ਉਹ ਮੁੱਢਲੇ ਰੂਪ ਵਿੱਚ ਹੀ ਰਹਿੰਦਾ ਹੈ, ਕਿਉਂਕਿ ਧਾਤੂ ਬਦਲਣ ਨਾਲ ਮੁਹਾਵਰੇ ਦੇ ਅਰਥ ਸੰਚਾਰ ਵੀ ਬਦਲ ਜਾਂਦੇ ਨੇ। ਜਿਵੇਂ ਹੱਥੀਂ ਛਾਵਾਂ ਕਰਨੀਆਂ,
ਮੁਹਾਵਰੇ ਵਿੱਚ ਜੇਕਰ ਕਰਨ ਦੀ ਥਾਂ ਕਰਾਉਣ ਕਰ ਦਈਏ ਤਾਂ ਉਸ ਮੁਹਾਵਰੇ ਦੇ ਅਰਥ ਬਦਲ ਕੇ ਉਲਟਾ ਅਰਥ ਗ੍ਰਹਿਣ ਕਰ ਲੈਂਦੇ ਹਨ। ਇਸੇ ਤਰ੍ਹਾਂ ਹੀ ਬੇਟਾ ਅੱਗੇ ਦੇਖੋ, ਵਾਕ ਵਿੱਚ ਮੁਹਾਵਰੇ ਦੀ ਵਰਤੋਂ ਸਾਰਥਿਕ, ਸਰਲ ਅਤੇ ਸਪਸ਼ਟ ਰੂਪ ਵਿੱਚ ਇੱਕੋ ਵਾਕ ਵਿੱਚ ਕਰਨੀ ਹੀ ਉਚਿਤ ਹੁੰਦੀ ਹੈ। ਇੱਕ ਮੁਹਾਵਰੇ ਦੀ ਵਰਤੋਂ ਦੋ ਵਾਕਾਂ ਵਿੱਚ ਕਰਨ ਨਾਲ ਇਸ ਦੀ ਅਰਥ ਸੰਚਾਰ ਗੁੰਝਲਦਾਰ ਬਣ ਜਾਂਦੀ ਹੈ। ਦੇਖੋ ਕਿਵੇਂ, ਜਿਵੇਂ ਉਗ ਸੁਗ ਮਿਲਣਾ ਮੁਹਾਵਰੇ ਨੂੰ ਜਦੋਂ ਇੱਕ ਤੋਂ ਵੱਧ ਵਾਕਾਂ ਵਿੱਚ ਵਰਤਾਂਗੇ ਤਾਂ ਇਹਦੀ ਵਾਕ ਵਰਗੀ ਉਦਾਹਰਨ ਬਣੇਗੀ। ਮੁਹਾਵਰਿਆਂ ਦਾ ਵਿਸ਼ੇ ਪਸਾਰ ਬਹੁ-ਦਿਸ਼ਾਵੀ ਅਰਥਾਤ ਜੀਵਨ ਦੇ ਹਰੇਕ ਪੱਖ ਨਾਲ ਹੁੰਦਾ ਹੈ। ਇਹ ਜੀਵਨ ਪੱਖ ਧਾਰਮਿਕ, ਨੈਤਿਕ, ਸਮਾਜਿਕ, ਆਰਥਿਕ, ਰਾਜਨੀਤਿਕ, ਪ੍ਰਸ਼ਾਸਨਿਕ, ਵਿਗਿਆਨਕ ਜਾਂ ਹੋਰ ਕੋਈ ਵੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਬੇਟਾ ਅਸੀਂ ਮੁਹਾਵਰੇ ਬਾਰੇ ਅੱਗੇ ਜਾਣਦੇ ਹਾਂ ਕਿ ਮੁਹਾਵਰਿਆਂ ਵਿੱਚ ਠਿੱਠ ਕਰਨ ਦੀ ਰੁਚੀ ਵੀ ਹੁੰਦੀ ਹੈ ਅਤੇ ਵਿਸ਼ੇਸ਼ ਭਾਂਤ ਦੀ ਤਣਜ ਵੀ ਛੁਪੀ ਹੁੰਦੀ ਹੈ, ਜੋ ਸੱਭਿਆਚਾਰ ਜੀਵਨ ਸ਼ੈਲੀ ਦਾ ਇੱਕ ਪੱਖ ਹੁੰਦਾ ਹੈ। ਮੁਹਾਵਰੇ ਜੀਵਨ ਦੀ ਇੱਕ ਸੱਚਾਈ ਹੁੰਦੀ ਹੈ। ਇਸ ਵਿੱਚ ਸੰਕੇਤਕ ਇਸ਼ਾਰਾ ਜੋ ਮੁਹਾਵਰੇ ਦੇ ਅੰਤਰੀਵ ਭਾਵ ਜਾਂ ਅਰਥਾਂ ਦਾ ਸੰਚਾਰ ਕਰ ਰਿਹਾ ਹੁੰਦਾ ਹੈ, ਉਹ ਮਾਨਵੀ ਜੀਵਨ ਵਿੱਚ ਸੁਧਾਰ, ਸਾਦਗੀ, ਸਰਲਤਾ, ਸਪਸ਼ਟਤਾ, ਸੁਹਿਰਦਤਾ, ਲਗਨ, ਮਿਹਨਤ ਅਤੇ ਸਿਰੜ ਵੀ ਉਪਜਾਉਂਦਾ ਹੈ। ਉਹਦੇ ਵਿੱਚ ਇਹ ਸਭ ਕੁਝ ਪੈਦਾ ਕਰਦਾ ਹੈ। ਕੌਣ? ਮੁਹਾਵਰਾ। ਮੁਹਾਵਰਿਆਂ ਦੀ ਖੂਬੀ ਇਹ ਵੀ ਆ, ਇਹਦੇ ਵਿੱਚ ਇੱਕ ਖੂਬੀ ਆ ਕਿਹੜੀ? ਇਸ ਦੀ ਵਰਤੋਂ ਕਰਨ ਵਾਲਾ ਵਿਅਕਤੀ ਬਹੁਤ ਹੀ ਸੁਘੜ, ਸਿਆਣਾ ਅਤੇ ਸੱਭਿਅਕ ਮੰਨਿਆ ਜਾਂਦਾ ਹੈ, ਕਿਉਂਕਿ ਜਦੋਂ ਉਹ ਆਪਣੀ ਬੋਲਚਾਲ ਦੇ ਵਿੱਚ ਮੁਹਾਵਰਿਆਂ ਦੀ ਵਰਤੋਂ ਕਰਦਾ ਹੈ ਤਾਂ ਉਹਦੀ ਜਿਹੜੀ ਲਿਖਤ ਜਾਂ ਉਹਦੀ ਗੱਲ ਕਰਨ ਦਾ ਤਰੀਕਾ ਜਿਹੜਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਹਰ ਭਾਸ਼ਾ ਦੇ ਸਾਹਿਤ ਵਿੱਚ ਮੁਹਾਵਰਿਆਂ ਦੀ ਵਰਤੋਂ ਲੇਖਕ ਦੇ ਸ਼ੈਲੀ ਗੁਣਾਂ ਦੀ ਪ੍ਰਭਾਵ ਨੂੰ ਵੀ ਪ੍ਰਗਟ ਕਰਦੀ ਹੈ। ਉਹਦੇ ਨਿੱਜ ਦੇ ਜੀਵਨ ਚੱਜ ਤੇ ਵਿਹਾਰ ਵਿੱਚ ਇਹਨਾਂ ਦੀ ਹਮੇਸ਼ਾ ਵਰਤੋਂ ਚੱਲਦੀ ਹੀ ਰਹਿੰਦੀ ਹੈ। ਮੁਹਾਵਰੇ ਮਨੁੱਖੀ ਜੀਵਨ ਦਾ ਸੱਚ, ਉਹਦੇ ਪੱਖਾਂ ਨੂੰ ਉਭਾਰਨ ਵਾਲੀ ਝਲਕ ਹੁੰਦੀ ਹੈ। ਬੇਟਾ ਅਸੀਂ ਹਮੇਸ਼ਾ ਹੀ ਜਦੋਂ ਵੀ ਕੋਈ ਗੱਲਬਾਤ ਕਰਦੇ ਹਾਂ ਤੇ ਆਪਣੀ ਗੱਲਬਾਤ ਦੇ ਵਿੱਚ ਕੁਝ ਕੁ ਮੁਹਾਵਰੇ ਸਾਡੇ ਮੂੰਹ ਚੜੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਵਰਤਦੇ ਹਾਂ। ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੀ ਲਿਖਤ ਜਿਹੜੀ ਆ ਦੂਸਰਿਆਂ ਉੱਤੇ ਬਹੁਤ ਹੀ ਪ੍ਰਭਾਵ ਪਾਉਂਦੀ ਹੈ। ਉਹਦੇ ਨਾਲ ਉਹ ਸਾਡੀ ਲਿਖਤ ਜਿਹੜੀ ਆ ਪ੍ਰਭਾਵਸ਼ਾਲੀ ਹੋਣ ਦੇ ਨਾਲ ਇੱਕ ਸਕਾਰਾਤਮਕ ਰੂਪ ਜਿਹੜਾ ਉਹਨੂੰ ਧਾਰਨ ਕਰ ਲੈਂਦੀ ਹੈ। ਸੋ ਬੱਚੋ, ਇਹ ਸਨ ਮੁਹਾਵਰੇ ਦੇ ਕੁਝ ਨੁਕਤੇ। ਮੁਹਾਵਰੇ ਕੀ ਹੁੰਦੇ ਹਨ? ਇਹ ਸ਼ਬਦ ਕਿੱਥੋਂ ਆਇਆ ਹੈ? ਮੂਲ ਰੂਪ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ ਕਿਸੇ ਖਾਸ ਢੰਗ ਨਾਲ ਗੱਲ ਕਰਨਾ। ਇਸ ਵਿੱਚ ਵਿਅੰਗ ਅਤੇ ਕਟਾਖਸ ਦਾ ਅੰਸ਼ ਹੋਣ ਕਰਕੇ ਜੇਕਰ ਇਸ ਦੀ ਆਮ ਗੱਲਬਾਤ ਵਿੱਚ ਵਰਤੋਂ ਕੀਤੀ ਜਾਵੇ ਤਾਂ ਗੱਲ ਬਹੁਤ ਪ੍ਰਭਾਵਸ਼ਾਲੀ ਹੋ ਜਾਂਦੀ ਹੈ। ਮੁਹਾਵਰਾ 2-4 ਸ਼ਬਦਾਂ ਦਾ ਛੋਟਾ ਸਮੂਹ ਹੁੰਦੇ ਹਨ। ਇਸ ਦੀ ਵਰਤੋਂ ਹਮੇਸ਼ਾ ਭਾਵ ਅਰਥਾਂ ਵਿੱਚ ਕੀਤੀ ਜਾਂਦੀ ਹੈ। ਮੁਹਾਵਰੇ ਕਿਸੇ ਭਾਸ਼ਾ ਦੇ ਮਹੱਤਵਪੂਰਨ ਅੰਗ ਹੁੰਦੇ ਹਨ। ਇਹਨਾਂ ਨੂੰ ਉਸ ਬੋਲੀ ਨੂੰ ਬੋਲਣ ਵਾਲਿਆਂ ਦਾ ਭਾਸ਼ਾਈ ਵਿਰਸਾ ਵੀ ਕਿਹਾ ਜਾਂਦਾ ਹੈ। ਮੁਹਾਵਰੇ ਭਾਸ਼ਾ ਨੂੰ ਸਿੱਕੇਬੰਦ ਅਤੇ ਠੁੱਕਦਾਰ ਬਣਾਉਂਦੇ ਹਨ। ਇਹਨਾਂ ਸਦਕਾ ਭਾਸ਼ਾ ਅਮੀਰ ਤੇ ਪ੍ਰਭਾਵਸ਼ਾਲੀ ਹੁੰਦੀ ਹੈ। ਮੁਹਾਵਰੇ ਕਿਸੇ ਭਾਸ਼ਾ ਦੀ ਸੂਖਮਤਾ ਨੂੰ ਪ੍ਰਗਟ ਕਰਦੇ ਹਨ। ਮੁਹਾਵਰੇ ਭਾਸ਼ਾ ਨੂੰ ਰਵਾਨੀ ਤੇ ਸੰਗੀਤ ਬਖਸ਼ਦੇ ਹਨ। ਜੇਕਰ ਇਹਨਾਂ ਦੀ ਢੁਕਵੀਂ ਵਰਤੋਂ ਕੀਤੀ ਹੋਵੇ ਤਾਂ ਲਿਖਤ ਨੂੰ ਚਾਰ ਚੰਨ ਲੱਗ ਜਾਂਦੇ ਹਨ। ਮੁਹਾਵਰੇ ਦੇ ਅਰਥ ਕੁਝ ਗੁੱਝੇ, ਕੁਝ ਸੰਕੇਤਕ ਅਤੇ ਸੁਝਾਊ ਹੁੰਦੇ ਹਨ। ਮੁਹਾਵਰੇ ਕਿਸੇ ਵੀ ਕੌਮ ਦੇ ਸੱਭਿਆਚਾਰਿਕ ਵਿਰਸੇ ਨੂੰ ਇਸ ਤਰ੍ਹਾਂ ਸੂਤਰਿਕ ਢੰਗ ਨਾਲ ਸੰਭਾਲ ਕੇ ਰੱਖਦੇ ਹਨ ਜਿਵੇਂ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਗਿਆ ਹੋਵੇ। ਹਰੇਕ ਮੁਹਾਵਰੇ ਦੇ ਅੰਤ ਵਿੱਚ ਇੱਕ ਕਿਰਿਆ ਸ਼ਬਦ ਹੁੰਦਾ ਹੈ। ਆਮ ਵਰਤੇ ਜਾਂਦੇ ਮੁਹਾਵਰਿਆਂ ਦੇ ਵੀ ਵਾਕਾਂ ਰਾਹੀਂ ਅਰਥ ਸਮਝਣੇ ਤੇ ਸਮਝਾਉਣੇ ਸੌਖੇ ਹਨ, ਪਰ ਠੀਕ ਠਾਕ ਦੱਸਣੇ ਔਖੇ ਹਨ।
ਇਸ ਲਈ ਆਮ ਗੱਲਬਾਤ ਵਿੱਚ ਮੁਹਾਵਰੇ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਵੱਖਰੇ ਤੌਰ ਤੇ ਇਸ ਦੇ ਅਰਥ ਨਹੀਂ ਦੱਸਦਾ। ਮੁਹਾਵਰੇ ਦੇ ਅਰਥ ਉਸ ਦੀ ਵਰਤੋਂ ਨਾਲ ਆਪਣੇ ਆਪ ਸਪਸ਼ਟ ਹੋ ਜਾਂਦੇ ਹਨ। ਜਿਸ ਵਾਕ ਵਿੱਚ ਮੁਹਾਵਰਾ ਗੱਲ ਨੂੰ ਵਧੇਰੇ ਸਪਸ਼ਟ ਕਰਨ ਵਿੱਚ ਸਹਾਈ ਹੁੰਦਾ ਹੈ, ਉਸ ਵਾਕ ਵਿੱਚ ਮੁਹਾਵਰੇ ਦੀ ਵਰਤੋਂ ਸਫਲ ਮੰਨੀ ਜਾਂਦੀ ਹੈ। ਮੁਹਾਵਰੇ ਦੀ ਵਾਕ ਵਿੱਚ ਵਰਤੋਂ ਕਰਦੇ ਸਮੇਂ ਆਪਣਾ ਰੂਪ ਬਦਲ ਲੈਂਦੇ ਹਨ। ਜਿਵੇਂ ਬੇਟਾ ਤੁਹਾਨੂੰ ਮੁਹਾਵਰਾ ਦਿੱਤਾ, ਈਦ ਦਾ ਚੰਦ ਹੋਣਾ। ਮੁਹਾਵਰੇ ਨੂੰ ਅਸੀਂ ਕੀ ਕਰਦੇ ਹਾਂ, ਅਕਸਰ ਇਹਦੀ ਵਰਤੋਂ ਸਮੇਂ ਈਦ ਦਾ ਚੰਦ ਹੋਣਾ ਲਿਖ ਦਿੰਦੇ ਹਾਂ, ਜੋ ਸਹੀ ਨਹੀਂ ਹੈ। ਸਹੀ ਹੈ ਵਾਕ ਨਹੀਂ, ਕਿਉਂਕਿ ਇਸ ਵਿੱਚ ਮੁਹਾਵਰੇ ਦੇ ਕਿਰਿਆ ਸ਼ਬਦ ਹੋਣਾ ਨੇ ਵਾਕ ਦੇ ਅਨੁਸਾਰ ਆਪਣਾ ਰੂਪ ਨਹੀਂ ਬਦਲਿਆ। ਆਓ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤ ਕੇ ਦੇਖੀਏ ਕਿ ਮੁਹਾਵਰੇ ਦਾ ਕਿਰਿਆ ਸ਼ਬਦ ਆਪਣਾ ਰੂਪ ਕਿਵੇਂ ਬਦਲਦਾ ਹੈ। ਸੋ ਬੱਚਿਓ, ਹੁਣ ਸਭ ਤੋਂ ਪਹਿਲਾਂ ਅਸੀਂ ਊੜੇ ਸ਼ਬਦ ਵਾਲੇ ਮੁਹਾਵਰਿਆਂ ਤੋਂ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਮੁਹਾਵਰਾ ਹੈ ਉਸਤਾਦੀ ਕਰਨੀ, ਜਿਹੜਾ ਕਿ ਅਸੀਂ ਆਮ ਹੀ ਸਭ ਨੂੰ ਪਤਾ ਹੈ ਕਿ ਉਸਤਾਦੀ ਕਰਨੀ ਕੀ ਹੁੰਦੀ ਹੈ। ਉਸਤਾਦੀ ਕਰਨੀ ਚਲਾਕੀ ਕਰਨੀ। ਸਾਨੂੰ ਚੰਗੇ ਤੇ ਸਾਊ ਲੋਕਾਂ ਨਾਲ ਕਦੇ ਵੀ ਉਸਤਾਦੀ ਨਹੀਂ ਕਰਨੀ ਚਾਹੀਦੀ। ਉਂਗਲ ਕਰਨਾ ਜਾਂ ਉਂਗਲ ਕਰਨੀ, ਤੁਹਮਤ ਲਾਉਣੀ। ਸਾਡੇ ਅਧਿਆਪਕ ਬਹੁਤ ਇਮਾਨਦਾਰ ਅਤੇ ਸੱਚੇ ਸੁੱਚੇ ਹਨ, ਕੋਈ ਉਹਨਾਂ ਵੱਲ ਉਂਗਲ ਨਹੀਂ ਕਰ ਸਕਦਾ। ਬੇਟਾ ਸਾਡਾ ਅਗਲਾ ਮੁਹਾਵਰਾ ਹੈ ਉੱਚਾ ਨੀਵਾਂ ਬੋਲਣਾ। ਉੱਚਾ ਨੀਵਾਂ ਬੋਲਣਾ, ਨਿਰਾਦਰ ਕਰਨਾ, ਅਪਸ਼ਬਦ ਬੋਲਣੇ। ਚੰਗੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਅੱਗੇ ਉੱਚਾ ਨੀਵਾਂ ਨਹੀਂ ਬੋਲਦੇ। ਇਸੇ ਤਰ੍ਹਾਂ ਹੀ ਬੇਟਾ ਊੜੇ ਸ਼ਬਦ ਦਾ ਅਗਲਾ ਸਾਡੇ ਕੋਲ ਮੁਹਾਵਰਾ ਹੈ 19-21 ਦਾ ਫਰਕ ਹੋਣਾ, ਬਹੁਤ ਥੋੜਾ ਫਰਕ ਹੋਣਾ। ਸਾਡੀ ਸ਼੍ਰੇਣੀ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਅੰਕਾਂ ਵਿੱਚ 19-21 ਦਾ ਫਰਕ ਸੀ। ਨੰਬਰ ਉਹਨਾਂ ਨੇ ਬਹੁਤ ਵਧੀਆ ਲਏ ਸੀ, ਅੰਕ ਬਹੁਤ ਵਧੀਆ ਲਏ ਸੀ, ਫਰਕ ਕਿੰਨਾ ਸੀ? ਸਿਰਫ 19-21 ਦਾ। ਉੱਲੂ ਬੋਲਣੇ, ਉਜਾੜ ਹੋਣਾ। ਘਰ ਵਿੱਚ ਬੱਚਿਆਂ ਤੋਂ ਬਿਨਾਂ ਉੱਲੂ ਬੋਲਦੇ ਹਨ। ਬੇਟਾ ਇਹ ਸੀ ਸਾਡੇ ਊੜੇ ਸ਼ਬਦ ਵਾਲੇ ਮੁਹਾਵਰੇ। ਹੁਣ ਅਸੀਂ ਅੱਗੇ ਇਹਨਾਂ ਨੂੰ ਵਾਕਾਂ 'ਚ ਵਰਤਾਂਗੇ। ਇਹ ਕਿਹੜੇ ਮੁਹਾਵਰੇ ਨੇ? ਐੜੇ ਸ਼ਬਦ ਵਾਲੇ। ਆਂਦਰਾਂ ਠਾਰਨਾ। ਆਂਦਰਾਂ ਠਾਰਨਾ, ਖੁਸ਼ੀ ਦੇਣਾ। ਬਹੁਤ ਜ਼ਿਆਦਾ ਖੁਸ਼ੀ ਕਿਸੇ ਨੂੰ ਅਸੀਂ ਜਦੋਂ ਦਿੰਦੇ ਹਾਂ, ਬੱਚੋ ਤੁਹਾਨੂੰ ਪਤਾ ਕਿ ਸਾਨੂੰ ਖੁਦ ਨੂੰ ਵੀ ਖੁਸ਼ੀ ਮਿਲਦੀ ਹੈ। ਜਿਹੜੇ ਵਿਦਿਆਰਥੀ ਮਿਹਨਤ ਨਾਲ ਪੜ੍ਹਾਈ ਕਰਦੇ ਹਨ, ਉਹ ਨਾ ਕੇਵਲ ਆਪਣੇ ਅਧਿਆਪਕਾਂ ਨੂੰ ਚੰਗੇ ਲੱਗਦੇ ਹਨ, ਸਗੋਂ ਆਪਣੇ ਮਾਪਿਆਂ ਦੀਆਂ ਆਂਦਰਾਂ ਵੀ ਠਾਰਦੇ ਹਨ। ਇਸ ਕਰਕੇ ਸਾਨੂੰ ਹਮੇਸ਼ਾ ਹੀ ਮਾਪਿਆਂ ਤੇ ਅਧਿਆਪਕਾਂ ਦੇ ਕੀ ਬਣ ਕੇ ਰਹਿਣਾ ਚਾਹੀਦਾ? ਆਗਿਆਕਾਰੀ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦਾ ਮਤਲਬ ਕੀ ਹੈ ਬੱਚੇ? ਆਪਣੀ ਵਡਿਆਈ ਆਪ ਕਰਨਾ। ਤੁਹਾਡੇ ਗੁਣਾਂ ਕਰਕੇ ਜੇ ਕੋਈ ਦੂਜਾ ਤੁਹਾਡੀ ਪ੍ਰਸ਼ੰਸਾ ਕਰੇ ਤਾਂ ਚੰਗੀ ਗੱਲ ਆ, ਉਚਿਤ ਆ, ਵਧੀਆ ਹੈ। ਪਰ ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ ਚੰਗਾ ਨਹੀਂ ਹੈ। ਸਾਡੀ ਪ੍ਰਸ਼ੰਸਾ ਤਾਂ ਹੀ ਹੋਏਗੀ ਜੇਕਰ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤੇ ਚੰਗੇ ਨੰਬਰ ਲਵਾਂਗੇ ਤੇ ਚੰਗੇ ਅਹੁਦਿਆਂ ਤੇ ਪਹੁੰਚਾਂਗੇ, ਫਿਰ ਸਾਡੀ ਪ੍ਰਸ਼ੰਸਾ ਜਿਹੜੀ ਉਹ ਹੋਏਗੀ। ਅੱਡੀ ਚੋਟੀ ਦਾ ਜ਼ੋਰ ਲਾਉਣਾ, ਬਹੁਤ ਮਿਹਨਤ ਕਰਨਾ। ਨੌਕਰੀ ਪ੍ਰਾਪਤ ਕਰਨ ਲਈ ਉਸਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਤਾਂ ਬੱਚਿਓ, ਅਸੀਂ ਇੱਕ ਮੁਹਾਵਰੇ ਦੇ ਹੋਰ ਵੀ ਵਾਕ ਬਣਾ ਸਕਦੇ ਹਾਂ, ਜਿਵੇਂ ਉਸਨੇ ਕਲਾਸ ਵਿੱਚ ਚੰਗੇ ਅੰਕ ਲੈਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ। ਅਗਲਾ ਸਾਡਾ ਮੁਹਾਵਰਾ ਹੈ ਅੱਖਾਂ ਫੇਰ ਲੈਣਾ। ਅੱਖਾਂ ਫੇਰ ਲੈਣਾ, ਮਿੱਤਰਤਾ ਛੱਡ ਦੇਣੀ। ਕਿਸੇ ਦੇ ਨਾਲ ਸਾਡੀ ਦੋਸਤੀ ਆ, ਅਸੀਂ ਉਸਨੂੰ ਛੱਡ ਦੇਣਾ। ਜਦੋਂ ਸ਼ਾਮ ਕੋਲ ਧਨ ਮੁੱਕ ਗਿਆ ਤਾਂ ਉਸ ਦੇ ਸਵਾਰਥੀ ਮਿੱਤਰਾਂ ਨੇ ਅੱਖਾਂ ਫੇਰ ਲਈਆਂ। ਆਪਣਾ ਉੱਲੂ ਸਿੱਧਾ ਕਰਨਾ, ਆਪਣਾ ਮਤਲਬ ਕੱਢਣਾ। ਸਵਾਰਥੀ ਮਿੱਤਰ ਆਪਣਾ ਉੱਲੂ ਸਿੱਧਾ ਕਰਕੇ ਅੱਖਾਂ ਫੇਰ ਲੈਂਦੇ ਹਨ। ਇਹ ਸੀ ਬੱਚਿਓ ਐੜੇ ਸ਼ਬਦ ਵਾਲੇ ਮੁਹਾਵਰੇ। ਹੁਣ ਅਸੀਂ ਅੱਗੇ ਕਰਾਂਗੇ ਈੜੀ ਸ਼ਬਦ ਵਾਲੇ ਮੁਹਾਵਰੇ। ਬੇਟਾ ਹਮੇਸ਼ਾ ਹੀ ਹਰ ਮੁਹਾਵਰੇ ਦਾ ਅਰਥ ਹੁੰਦਾ, ਤੇ ਉਸਨੂੰ ਸਹੀ ਵਾਕਾਂ ਵਿੱਚ ਅਸੀਂ ਵਰਤੋਂ ਕਿੱਦਾਂ ਕਰਾਂਗੇ? ਜੇ ਅਸੀਂ ਲਗਾਤਾਰ ਅਭਿਆਸ ਕਰਦੇ ਰਵਾਂਗੇ। ਅਭਿਆਸ ਜਦੋਂ ਅਸੀਂ ਲਗਾਤਾਰ ਕਰਦੇ ਹਾਂ ਤਾਂ ਸਾਡੇ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ। ਸਾਡਾ ਹੁਣ ਈੜੀ ਸ਼ਬਦ ਵਾਲਾ ਪਹਿਲਾ ਮੁਹਾਵਰਾ ਕੀ ਆ? ਇੱਕ ਅੱਖ ਨਾਲ ਵੇਖਣਾ। ਇੱਕ ਅੱਖ ਨਾਲ ਵੇਖਣਾ, ਇੱਕੋ ਜਿਹਾ ਸਮਝਣਾ। ਮਾਤਾ ਪਿਤਾ ਆਪਣੇ ਸਾਰੇ ਬੱਚਿਆਂ ਨੂੰ ਇੱਕ ਅੱਖ ਨਾਲ ਵੇਖਦੇ ਹਨ, ਵੀ ਸਾਰਿਆਂ ਨੂੰ
ਇੱਕੋ ਜਿਹਾ ਹੀ ਸਮਝਦੇ ਹਨ, ਕੋਈ ਵੀ ਵਿਤਕਰਾ ਨਹੀਂ ਕਰਦੇ। ਈਦ ਦਾ ਚੰਨ ਹੋਣਾ, ਬਹੁਤ ਸਮੇਂ ਬਾਅਦ ਕਿਸੇ ਨੂੰ ਮਿਲਣਾ। ਤੂੰ ਤਾਂ ਈਦ ਦਾ ਚੰਨ ਹੋ ਗਈ ਏ, ਬੜੀ ਦੇਰ ਬਾਅਦ ਮਿਲੀ। ਜਾਂ ਤੁਸੀਂ ਆਪਣੇ ਕਿਸੇ ਵੀ ਦੋਸਤ ਦਾ ਨਾਮ ਲੈ ਕੇ ਰਾਮ ਸ਼ਾਮ ਰਾਣੀ ਵੀ ਤੂੰ ਕਾਫੀ ਸਮੇਂ ਬਾਅਦ ਮੈਨੂੰ ਮਿਲੀ ਆ, ਤੂੰ ਤਾਂ ਈਦ ਦਾ ਚੰਨ ਹੋ ਗਈ ਸੀ। ਈਨ ਮੰਨਣਾ, ਬੇਟਾ ਈਨ ਮੰਨਣਾ ਕੀ ਹੁੰਦਾ? ਇਹਦਾ ਅਰਥ ਹੈਗਾ ਹਾਰ ਮੰਨਣੀ। ਵਾਕ ਬਣਾਵਾਂਗੇ ਅਸੀਂ, ਸ਼ਹੀਦ ਉਹ ਹੁੰਦਾ ਹੈ ਜੋ ਸ਼ਹਾਦਤ ਦੇ ਦਿੰਦਾ ਹੈ ਪਰ ਈਨ ਨਹੀਂ ਮੰਨਦਾ। ਇਸੇ ਤਰ੍ਹਾਂ ਸਾਡਾ ਅਗਲਾ ਮੁਹਾਵਰਾ ਹੈ, ਇੱਟ ਨਾਲ ਇੱਟ ਖੜਕਾਉਣਾ। ਬੇਟਾ ਇਹਦਾ ਅਰਥ ਕੀ ਆ? ਕਿਸੇ ਨਗਰ ਜਾਂ ਇਲਾਕੇ ਨੂੰ ਤਬਾਹ ਕਰ ਦੇਣਾ। ਪੁਰਾਣੇ ਸਮੇਂ ਵਿੱਚ ਕਈ ਵਾਰ ਜਦੋਂ ਹਮਲਾ ਹੁੰਦਾ ਸੀ ਤਾਂ ਸ਼ਹਿਰਾਂ ਦੇ ਤੇ ਨਗਰਾਂ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਜਾਂਦੀ ਸੀ, ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ, ਤਬਾਹ ਕਰ ਦਿੱਤਾ ਜਾਂਦਾ ਸੀ। ਇੱਕ ਦੀਆਂ ਚਾਰ ਸੁਣਾਉਣਾ, ਉਸਨੇ ਆਪਣਾ ਦੋਸ਼ ਨਹੀਂ ਮੰਨਣਾ, ਉਹਨੂੰ ਕੁਝ ਵੀ ਕਹੋ ਉਹ ਇੱਕ ਦੀਆਂ ਚਾਰ ਹੀ ਸੁਣਾਏਗਾ। ਹਾਂਜੀ, ਇਹ ਸੀ ਬੱਚਿਓ ਈੜੀ ਸ਼ਬਦ ਵਾਲੇ। ਹੁਣ ਅਸੀਂ ਅੱਗੇ ਕਰਦੇ ਹਾਂ ਸੱਸੇ ਸ਼ਬਦ ਵਾਲੇ ਮੁਹਾਵਰੇ। ਸੁੱਤੀ ਕਲਾ ਜਗਾਉਣਾ। ਪਹਿਲਾ ਮੁਹਾਵਰਾ ਕੀ ਆ? ਸੁੱਤੀ ਕਲਾ ਜਗਾਉਣਾ। ਨਵੇਂ ਸਿਰਿਓਂ ਗੱਲ ਚੁੱਕਣਾ। ਗੱਲ ਪੁਰਾਣੀ ਹੋ ਗਈ, ਡਨ, ਪਰ ਅਸੀਂ ਕੀ ਕਰਦੇ ਹਾਂ, ਉਸ ਗੱਲ ਨੂੰ ਦੁਬਾਰਾ ਫਿਰ ਚੁੱਕ ਲੈਂਦੇ ਹਾਂ। ਸੁੱਤੀ ਕਲਾ ਜਗਾਉਣਾ ਤੇ ਲੜਾਈਆਂ ਹੀ ਵੱਧਦੀਆਂ ਹਨ। ਜਦੋਂ ਅਸੀਂ ਸੁੱਤੀ ਕਲਾ ਨੂੰ, ਪੁਰਾਣੀਆਂ ਗੱਲਾਂ ਨੂੰ ਚੁੱਕਾਂਗੇ ਤੇ ਫਿਰ ਕੀ ਹੁੰਦਾ? ਲੜਾਈਆਂ ਹੀ ਹੁੰਦੀਆਂ ਨੇ। ਸਰ ਕਰਨਾ, ਅਸੀਂ ਹਮੇਸ਼ਾ ਹੀ ਬੇਟਾ ਪੜ੍ਹਦੇ ਹਾਂ, ਸਰ ਕਰਨਾ ਜਿੱਤਣਾ। ਮਿਹਨਤ ਅਤੇ ਲਗਨ ਨਾਲ ਅਸੀਂ ਹਰ ਮੰਜ਼ਿਲ ਸਰ ਕਰ ਸਕਦੇ ਹਾਂ, ਹਰ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ, ਪਰ ਸ਼ਰਤ ਕੀ ਆ ਕਿ ਸਾਨੂੰ ਹਮੇਸ਼ਾ ਮਿਹਨਤ ਲਗਾਤਾਰ ਕਰਦੇ ਰਹਿਣਾ ਚਾਹੀਦਾ। ਸੱਜੀ ਬਾਂਹ ਹੋਣਾ। ਸੱਜੀ ਬਾਂਹ ਹੋਣਾ, ਵੱਡਾ ਸਹਾਰਾ ਹੋਣਾ। ਭਾਰਤ ਅਮਨ ਪਸੰਦ ਦੇਸ਼ਾਂ ਦੀ ਸੱਜੀ ਬਾਂਹ ਹੈ। ਮਤਲਬ ਜਿਹੜਾ ਕੋਈ ਹਮੇਸ਼ਾ ਹੀ ਅਮਨ ਤੇ ਸ਼ਾਂਤੀ ਵਾਲਾ ਹੁੰਦਾ, ਉਹਨੂੰ ਹਰ ਕੋਈ ਪਸੰਦ ਕਰਦਾ। ਸਮੇਂ ਦੀ ਨਬਜ਼ ਪਛਾਣਨਾ। ਸਮੇਂ ਦੀ ਨਬਜ਼ ਪਛਾਣਨਾ, ਬੇਟਾ ਇਹਦਾ ਜੋ ਅਰਥ ਆ ਉਹ ਹੈਗਾ ਬਦਲਦੇ ਹਾਲਾਤ ਨੂੰ ਸਮਝਣਾ। ਤੇ ਜਦੋਂ ਅਸੀਂ ਵਾਕ ਬਣਾਵਾਂਗੇ, ਉਹ ਕਿਵੇਂ ਬਣਾਵਾਂਗੇ? ਅਸਲ ਸਿਆਣਾ ਉਹੀ ਹੈ ਜੋ ਸਮੇਂ ਦੀ ਨਬਜ਼ ਪਛਾਣ ਕੇ ਚੱਲੇ। ਹਮੇਸ਼ਾ ਹੀ ਸਾਨੂੰ ਸਮੇਂ ਦੇ ਅਨੁਸਾਰ ਹੀ ਚੱਲਣਾ ਚਾਹੀਦਾ ਹੈ, ਫਿਰ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਸੁੱਖ ਦਾ ਸਾਹ ਆਉਣਾ, ਸ਼ਾਂਤੀ ਮਿਲਣੀ। ਜੰਗ ਬੰਦ ਹੋਈ ਤਾਂ ਸਭ ਨੇ ਸੁੱਖ ਦਾ ਸਾਹ ਲਿਆ, ਕਿਉਂਕਿ ਹਰ ਕੋਈ ਅਮਨ ਤੇ ਸ਼ਾਂਤੀ ਚਾਹੁੰਦਾ, ਕੋਈ ਵੀ ਨਹੀਂ ਚਾਹੁੰਦਾ ਕਿ ਲੜਾਈਆਂ ਝਗੜੇ ਜਾਂ ਜੰਗ ਹੋਵੇ। ਸੋ ਬੱਚੋ, ਉਹ ਸੀ ਸਾਡੇ ਸੱਸੇ ਸ਼ਬਦ ਵਾਲੇ। ਹੁਣ ਅਸੀਂ ਕਰਾਂਗੇ ਹਾਹੇ ਸ਼ਬਦ ਵਾਲੇ ਮੁਹਾਵਰੇ। ਹੱਥੀਂ ਛਾਵਾਂ ਕਰਨੀਆਂ। ਹੱਥੀਂ ਛਾਵਾਂ ਕਰਨੀਆਂ, ਬਹੁਤ ਆਦਰ ਕਰਨਾ, ਬਹੁਤ ਮਾਣ ਸਤਿਕਾਰ ਦੇਣਾ। ਚੰਗੇ ਵਿਦਿਆਰਥੀ ਆਪਣੇ ਅਧਿਆਪਕ ਨੂੰ ਸਾਰੀ ਉਮਰ ਹੱਥੀਂ ਛਾਵਾਂ ਕਰਦੇ ਹਨ। ਜਿਹੜੇ ਵਿਦਿਆਰਥੀ ਚੰਗੇ ਹੁੰਦੇ ਹਨ, ਉਹ ਆਪਣੇ ਅਧਿਆਪਕਾਂ ਨੂੰ ਸਕੂਲ ਦੇ ਵਿੱਚ ਵੀ ਹਰ ਜਗ੍ਹਾ ਤੇ ਮਾਣ ਸਤਿਕਾਰ ਦਿੰਦੇ ਨੇ, ਹੱਥੀਂ ਛਾਵਾਂ ਕਰਦੇ ਨੇ। ਹੱਥ ਪੈਰ ਮਾਰਨਾ, ਕੋਸ਼ਿਸ਼ ਕਰਨਾ। ਮਨ ਚਾਹੀ ਮੰਜ਼ਿਲ ਲਈ ਹੱਥ ਪੈਰ ਮਾਰਨੇ ਪੈਂਦੇ ਹਨ। ਜੇ ਤੁਹਾਡੀ ਲਾਈਫ ਦਾ ਕੋਈ ਨਿਸ਼ਾਨਾ ਹੈ, ਜ਼ਿੰਦਗੀ ਦਾ ਨਿਸ਼ਾਨਾ ਹੈ, ਤੇ ਉਹਦੇ ਲਈ ਸਾਨੂੰ ਕੀ ਕਰਨਾ ਪਏਗਾ? ਹੱਥ ਪੈਰ ਮਾਰਨੇ ਪੈਣਗੇ। ਹੱਥ ਦਾ ਸੁੱਚਾ ਹੋਣਾ। ਹੱਥ ਦਾ ਸੁੱਚਾ ਹੋਣਾ, ਇਮਾਨਦਾਰ ਹੋਣਾ। ਜਿਹੜਾ ਵਿਅਕਤੀ ਹੱਥ ਦਾ ਸੁੱਚਾ ਹੁੰਦਾ ਹੈ, ਉਸ ਦਾ ਸਾਰੇ ਇਤਬਾਰ ਕਰਦੇ ਹਨ। ਤੇ ਬੇਟਾ ਇਤਬਾਰ ਅਸੀਂ ਕਿਵੇਂ ਬਣਾ ਸਕਦੇ ਹਾਂ? ਜੇਕਰ ਸਾਡੇ ਅੰਦਰ ਇਮਾਨਦਾਰੀ ਆ। ਜੇ ਅਸੀਂ ਇਮਾਨਦਾਰ ਹਾਂ, ਫਿਰ ਹੀ ਅਸੀਂ ਕਿਸੇ ਦੇ ਮਤਲਬ ਵਿਸ਼ਵਾਸ ਪਾਤਰ ਬਣ ਸਕਦੇ ਹਾਂ। ਹੱਥ ਹਿਲਾਉਣਾ। ਹੱਥ ਹਿਲਾਉਣਾ, ਕਾਰ ਕਰਨੀ, ਕੰਮ ਕਰਨਾ। ਹੱਥ ਹਿਲਾਉਣ ਤੋਂ ਬਿਨਾਂ ਕਿਸੇ ਵੀ ਕੰਮ ਵਿੱਚ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਇਸ ਲਈ ਹੱਥ ਉੱਤੇ ਹੱਥ ਧਰ ਕੇ ਨਾ ਬੈਠੋ। ਹੱਡ ਭੰਨ ਕੇ ਕੰਮ ਕਰਨਾ। ਸਾਡਾ ਅਗਲਾ ਮੁਹਾਵਰਾ ਕੀ ਆ? ਹੱਡ ਭੰਨ ਕੇ ਕੰਮ ਕਰਨਾ। ਸਖਤ ਮਿਹਨਤ ਕਰਨਾ। ਮਜ਼ਦੂਰ ਹੱਡ ਭੰਨ ਕੇ ਕੰਮ ਕਰਦੇ ਹਨ, ਫਿਰ ਵੀ ਉਹਨਾਂ ਦਾ ਗੁਜ਼ਾਰਾ ਨਹੀਂ ਚੱਲਦਾ। ਬੇਟਾ ਇਹ ਸੀ ਹਾਹੇ ਵਾਲੇ ਮੁਹਾਵਰੇ। ਹੁਣ ਅਸੀਂ ਅੱਗੇ ਕਰਾਂਗੇ ਕੱਕੇ ਸ਼ਬਦ ਵਾਲੇ ਮੁਹਾਵਰੇ। ਕਾਂਜੀ ਘੋਲਣਾ। ਕਾਂਜੀ ਘੋਲਣਾ, ਕਿਸੇ ਗੱਲ ਨੂੰ ਬੇਸਵਾਦੀ ਕਰਨਾ, ਉਹਦਾ ਕੋਈ ਵੀ ਟੇਸਟ ਸਵਾਦ ਨਹੀਂ ਰਹਿਣ ਦੇਣਾ।
ਉਹ ਹਰ ਖੁਸ਼ੀ ਦੇ ਮੌਕੇ ਆਪਣਾ ਰੋਣਾ ਰੋ ਕੇ ਕਾਂਜੀ ਘੋਲ ਦਿੰਦੀ ਹੈ। ਵੀ ਖੁਸ਼ੀ ਦੇ ਮੌਕੇ ਦੇ ਵਿੱਚ ਇਹੋ ਜਿਹੀ ਗੱਲ ਕਰਦੇ ਨੇ ਜਿਹਦੇ ਕਰਕੇ ਕੋਈ ਸਵਾਦ ਨਾ ਰਹਿਣਾ। ਕੰਨ ਭਰਨਾ, ਕੰਨ ਭਰਨਾ, ਚੁਗਲੀ ਕਰਨਾ, ਕਿਸੇ ਦੇ ਵਿਰੁੱਧ ਕੋਈ ਉਲਟੀ ਸਿੱਧੀ ਗੱਲ ਕਰਨੀ। ਆਪਣੇ ਸਵਾਰਥ ਲਈ ਸਾਨੂੰ ਕਦੇ ਵੀ ਕਿਸੇ ਦੇ ਵਿਰੁੱਧ ਦੂਜਿਆਂ ਦੇ ਕੰਨ ਨਹੀਂ ਭਰਨੇ ਚਾਹੀਦੇ। ਜੋ ਗੱਲ ਸਹੀ ਹੈ ਸਾਨੂੰ ਸਹੀ ਹੀ ਕਰਨੀ ਚਾਹੀਦੀ ਹੈ। ਕੰਨ ਉੱਤੇ ਜੂੰ ਨਾ ਸਰਕਣਾ। ਕੰਨ ਉੱਤੇ ਜੂੰ ਨਾ ਸਰਕਣਾ ਦਾ ਅਰਥ ਕੀ ਆ? ਅਸਰ ਨਾ ਹੋਣਾ। ਟ੍ਰੈਫਿਕ ਨਿਯਮਾਂ ਬਾਰੇ ਸਮਝਾਉਣ ਦੇ ਬਾਵਜੂਦ ਵੀ ਅੱਜ ਕੱਲ੍ਹ ਨੌਜਵਾਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਕੱਖ ਭੰਨ ਕੇ ਦੂਹਰਾ ਨਾ ਕਰਨਾ, ਬਿਲਕੁਲ ਕੰਮ ਨਾ ਕਰਨਾ, ਕੰਮ ਦੇ ਵਿੱਚ ਬਿਲਕੁਲ ਦਿਲ ਨਾ ਲੱਗਣਾ, ਬਿਲਕੁਲ ਵੀ ਇਸ ਪਾਸੇ ਧਿਆਨ ਨਾ ਦੇਣਾ। ਵਾਕ ਬਣਾਵਾਂਗੇ, ਉਹ ਸਾਰਾ ਦਿਨ ਵਿਹਲਾ ਫਿਰਦਾ ਰਹਿੰਦਾ ਹੈ, ਕੱਖ ਭੰਨ ਕੇ ਦੂਹਰਾ ਨਹੀਂ ਕਰਦਾ। ਬੇਟਾ ਸਾਡਾ ਕੱਕੇ ਸ਼ਬਦ ਵਾਲਾ ਅੱਗੇ ਮੁਹਾਵਰਾ ਹੈ, ਕੁੱਜੇ ਵਿੱਚ ਸਮੁੰਦਰ ਬੰਦ ਕਰਨਾ। ਕੁੱਜੇ ਵਿੱਚ ਸਮੁੰਦਰ ਬੰਦ ਕਰਨਾ, ਵੱਡੀ ਗੱਲ ਨੂੰ ਬਹੁਤ ਸੰਖੇਪ ਵਿੱਚ ਬਿਆਨਣਾ। ਵਾਹਵਾ ਲੇਖਕ ਨੇ ਇਸ ਕਿਤਾਬ ਵਿੱਚ ਕਿਹਾ ਸੰਕੇਤਕ ਢੰਗ ਵਰਤਿਆ ਹੈ, ਮਾਨੋ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਹਾਂਜੀ ਬੇਟਾ, ਹੁਣ ਸਾਡੇ ਹੈਗੇ ਆ ਖੱਖੇ ਸ਼ਬਦ ਵਾਲੇ ਮੁਹਾਵਰੇ। ਖੰਡ ਖੀਰ ਹੋਣਾ, ਖੰਡ ਖੀਰ ਹੋਣਾ, ਕੁੱਲ ਮਿਲ ਜਾਣਾ, ਜਿਹਦਾ ਅਸੀਂ ਅਰਥ ਲੈਂਦੇ ਹਾਂ ਮਿਲ ਕੇ ਰਹਿਣਾ, ਆਪਸ ਵਿੱਚ ਪਿਆਰ ਦੇ ਨਾਲ ਰਹਿਣਾ। ਭਾਰਤ ਵਾਸੀਆਂ ਨੂੰ ਖੰਡ ਖੀਰ ਹੋ ਕੇ ਰਹਿਣਾ ਚਾਹੀਦਾ ਹੈ। ਖਾਨਿਓ ਜਾਣਾ, ਖਾਨਿਓ ਜਾਣਾ, ਘਬਰਾ ਜਾਣਾ। ਰਸਤੇ ਵਿੱਚ ਅਚਾਨਕ ਸੱਪ ਦੇਖ ਕੇ ਮੇਰੇ ਖਾਨਿਓ ਗਈ। ਅਗਲਾ ਸਾਡਾ ਮੁਹਾਵਰਾ ਹੈ ਖੁੰਬ ਠੱਪਣਾ। ਖੁੰਬ ਠੱਪਣਾ, ਝਾੜ ਕੇ ਨਿਰੁੱਤਰ ਕਰਨਾ। ਉਸਨੇ ਮੇਰੇ ਨਾਲ ਵੱਧ ਘੱਟ ਬੋਲਿਆ ਤਾਂ ਮੈਂ ਉਸਦੀ ਖੁੰਬ ਠੱਪੀ। ਖਿੱਲੀ ਉਡਾਉਣਾ, ਖਿੱਲੀ ਉਡਾਉਣਾ, ਕਿਸੇ ਦਾ ਮਜ਼ਾਕ ਉਡਾਉਣਾ, ਕਿਸੇ ਨੂੰ ਮਜ਼ਾਕ ਵਿੱਚ ਕੁਛ ਕਹਿਣਾ। ਸਾਨੂੰ ਕਿਸੇ ਦੀ ਭਾਵਨਾ ਦੀ ਖਿੱਲੀ ਨਹੀਂ ਉਡਾਉਣੀ ਚਾਹੀਦੀ, ਇਹਦੇ ਨਾਲ ਕਿਸੇ ਨੂੰ ਠੇਸ ਪਹੁੰਚਦੀ ਹੈ। ਬੇਟਾ ਇਹ ਸੀ ਸਾਡੇ ਖੱਖੇ ਸ਼ਬਦ ਤੱਕ ਦੇ। ਹੁਣ ਬੱਚਿਓ ਅਸੀਂ ਕੁਝ ਕੁ ਮੁਹਾਵਰੇ ਜਿਹੜੇ ਆ ਉਹਨਾਂ ਦੇ ਅਰਥ ਦਿੱਤੇ ਹਨ ਤੇ ਵਾਕ ਤੁਸੀਂ ਆਪ ਬਣਾਉਣੇ ਹਨ। ਗੱਲ ਪਿਆ ਢੋਲ ਵਜਾਉਣਾ, ਮਜਬੂਰੀ ਵਸ ਕੰਮ ਕਰਨਾ। ਗੁੱਡੀ ਚੜ੍ਹਨੀ, ਸਫਲ ਅਤੇ ਮਸ਼ਹੂਰ ਹੋਣਾ। ਗੋਦਰੀ ਵਿੱਚ ਲਾਲ ਹੋਣਾ, ਮੰਦੇ ਹਾਲਤਾਂ ਵਿੱਚ ਉੱਚੇ ਹੁਨਰ ਦਾ ਮਾਲਕ ਹੋਣਾ। ਘੋਗਾ ਚਿੱਤ ਕਰਨਾ, ਮਾਰ ਦੇਣਾ। ਘੜੀ ਟਲ ਜਾਣਾ, ਮੌਕਾ ਲੰਘ ਜਾਣਾ। ਚੜ੍ਹਦੀ ਕਲਾ ਵਿੱਚ ਹੋਣਾ, ਉਤਸ਼ਾਹ ਵਿੱਚ ਰਹਿਣਾ। ਚਾਰ ਚੰਨ ਲੱਗ ਜਾਣਾ, ਸੋਭਾ ਦੇਣਾ। ਚਿੱਕੜ ਸੁੱਟਣਾ, ਦੋਸ਼ ਲਾਉਣਾ। ਚਿਹਰਾ ਉਤਰਿਆ ਹੋਣਾ, ਉਦਾਸ ਹੋਣਾ। ਸ਼ੱਕੇ ਛਡਾਉਣਾ, ਕਰਾਰੀ ਹਾਰ ਦੇਣਾ। ਅਗਲਾ ਸਾਡਾ ਬੇਟਾ ਮੁਹਾਵਰਾ, ਉਹਦਾ ਅਰਥ ਵੀ ਦਿੱਤਾ ਨਾਲ। ਸ਼ਾਈ ਮਾਈ ਹੋਣਾ, ਲੋਪ ਹੋਣਾ। ਜਫਰ ਜਾਲਣੇ, ਘਾਲਣਾ ਘਾਲਣੀ। ਜਾਗ ਲੱਗਣਾ, ਅਸਰ ਹੋਣਾ। ਝੱਗ ਛੱਡਣਾ, ਬੇਲੋੜਾ ਬੋਲਣਾ। ਝੋਲੀ ਚੁੱਕਣਾ, ਖੁਸ਼ਾਮਦ ਕਰਨੀ। ਟੱਕਰਾ ਮਾਰਨਾ, ਭਟਕਦੇ ਫਿਰਨਾ। ਠੰਡੀਆਂ ਛਾਵਾਂ ਮਾਨਣਾ, ਸੁੱਖ ਮੰਨਣਾ। ਡੰਡੇ ਵਜਾਉਣਾ, ਵਿਹਲੇ ਫਿਰਨਾ। ਢੇਰੀ ਢਾਉਣਾ, ਨਿਰਾਸ਼ ਹੋ ਕੇ ਕੰਮ ਛੱਡ ਦੇਣਾ। ਬੇਟਾ ਅਗਲਾ ਮੁਹਾਵਰਾ ਹੈ ਤੱਤੀ ਵਾਹ ਨਾ ਲੱਗਣਾ। ਤੱਤੀ ਵਾਹ ਨਾ ਲੱਗਣਾ, ਸੁਰੱਖਿਅਤ ਰਹਿਣਾ, ਬਿਲਕੁਲ ਸੇਫ ਰਹਿਣਾ। ਤਿੱਤਰ ਹੋਣਾ, ਤਿੱਤਰ ਹੋਣਾ, ਨੱਸ ਜਾਣਾ, ਭੱਜ ਜਾਣਾ। ਤੇਲ ਚੋਣਾ, ਸਵਾਗਤ ਕਰਨਾ। ਬੇਟਾ ਤੁਹਾਨੂੰ ਪਤਾ ਹੀ ਆ, ਕਈ ਵਾਰੀ ਕੋਈ ਗੈਸਟ ਪ੍ਰਾਹੁਣਾ ਘਰ ਆਉਂਦਾ ਤੇ ਅਸੀਂ ਕੀ ਕਰਦੇ ਹਾਂ, ਉਹਦੇ ਸਵਾਗਤ ਲਈ ਅਸੀਂ ਤੇਲ ਚੋਂਦੇ ਆ ਨਾ। ਤੇਲ ਚੋਣਾ, ਸਵਾਗਤ ਕਰਨਾ। ਥਰ ਥਰ ਕੰਬਣਾ, ਬਹੁਤ ਡਰ ਜਾਣਾ, ਘਬਰਾ ਜਾਣਾ। ਦਿਨ ਰਾਤ ਇੱਕ ਕਰਨਾ, ਬਹੁਤ ਮਿਹਨਤ ਕਰਨਾ। ਦਿਲ ਖੱਟਾ ਹੋਣਾ, ਕਿਸੇ ਗੱਲ ਤੋਂ ਘਿਰਨਾ ਹੋਣਾ। ਹਾਂਜੀ ਬੱਚਿਓ, ਸਾਡਾ ਅਗਲਾ ਮੁਹਾਵਰਾ ਹੈ ਧੱਜੀਆਂ ਉਡਾਉਣਾ। ਧੱਜੀਆਂ ਉਡਾਉਣਾ ਕੀ ਹੁੰਦਾ? ਬੁਰਾ ਹਾਲ ਕਰ ਦੇਣਾ,
ਕਿਸੇ ਨੂੰ ਇੰਨੀਆਂ ਕੁ ਗੱਲਾਂ ਸੁਣਾਉਣੀਆਂ, ਗੱਲਾਂ ਸੁਣਾ ਕੇ ਮਖੌਲ ਕਰਕੇ ਉਹਦਾ ਬੁਰਾ ਹਾਲ ਕਰ ਦੇਣਾ। ਧੌਲਿਆਂ ਦੀ ਲਾਜ ਰੱਖਣਾ, ਵੱਡੀ ਉਮਰ ਦਾ ਲਿਹਾਜ਼ ਕਰਨਾ। ਬਜ਼ੁਰਗ ਆ, ਸਾਨੂੰ ਉਹਨਾਂ ਦਾ ਕੀ ਕਰਨਾ ਚਾਹੀਦਾ? ਸਤਿਕਾਰ ਕਰਨਾ ਚਾਹੀਦਾ। ਧੌਲਿਆਂ ਦੀ ਲਾਜ ਰੱਖਣਾ, ਵੱਡੀ ਉਮਰ ਦਾ ਲਿਹਾਜ਼ ਕਰਨਾ। ਨੱਸ ਭੱਜ ਕਰਨਾ, ਯਤਨ ਕਰਨਾ, ਦੌੜ ਭੱਜ ਕਰਕੇ ਕੋਈ ਨਾ ਕੋਈ ਕੰਮ ਵਾਸਤੇ ਸਾਨੂੰ ਕੀ ਕਰਨਾ ਪੈਂਦਾ? ਉਹਦੇ ਵਾਸਤੇ ਕੋਈ ਨਾ ਕੋਈ ਰਾਹ ਲੱਭਣਾ ਪੈਂਦਾ, ਯਤਨ ਕਰਨਾ ਪੈਂਦਾ। ਨਹੁੰ ਮਾਸ ਦਾ ਰਿਸ਼ਤਾ ਹੋਣਾ, ਨਹੁੰ ਤੇ ਮਾਸ ਦਾ ਬਿਲਕੁਲ ਨੇੜਲੇ ਸੰਬੰਧ ਹੋਣਾ। ਪੱਗ ਵਟਾਉਣਾ, ਅਸੀਂ ਕਈ ਵਾਰ ਕਹਿੰਦੇ ਨਾ, ਉਹ ਦੇਖੋ ਜੀ ਉਹਨਾਂ ਨੇ ਪੱਗ ਵਟਾਈ ਹੋਈ ਆ। ਪੱਗ ਵਟਾਈ ਦਾ ਮਤਲਬ ਧਰਮ ਦੇ ਭਰਾ ਬਣਨਾ, ਆਪਸ ਵਿੱਚ ਇਹੋ ਜਿਹਾ ਗੂੜਾ ਰਿਸ਼ਤਾ ਬਣਾ ਲੈਣਾ ਕਿ ਭਰਾ ਬਣ ਜਾਣਾ। ਪੱਤਰਾ ਵਾਚ ਜਾਣਾ, ਖਿਸਕ ਜਾਣਾ, ਉੱਥੋਂ ਚਲੇ ਜਾਣਾ। ਪੱਲਾ ਛਡਾਉਣਾ, ਜ਼ਿੰਮੇਵਾਰੀ ਤੋਂ ਬਚਣਾ। ਪੱਲਾ ਫੜਨਾ, ਆਸਰਾ ਲੈਣਾ, ਕਿਸੇ ਦਾ ਸਹਾਰਾ ਲੈਣਾ। ਹਾਂਜੀ ਬੱਚਿਓ, ਅੱਗੇ ਹੈ ਮੁਹਾਵਰਾ ਫੁੱਲ ਫੁੱਲ ਕੇ ਬਹਿਣਾ, ਬਹੁਤ ਖੁਸ਼ ਹੋਣਾ। ਮੈਨੂੰ ਅੱਜ ਬਹੁਤ ਖੁਸ਼ੀ ਆ, ਬਹੁਤ ਚਾਅ, ਬਹੁਤ ਖੁਸ਼ ਹੋਣਾ। ਫੁੱਲਾਂ ਨਾਲ ਤੋਲ ਕੇ ਰੱਖਣਾ, ਫੁੱਲਾਂ ਨਾਲ ਤੋਲ ਕੇ ਰੱਖਣਾ। ਦੇਖੋ ਬੇਟਾ ਕਿੰਨਾ ਸੋਹਣਾ ਮੁਹਾਵਰਾ। ਅਸੀਂ ਇਹਨਾਂ ਨੂੰ ਆਮ ਬੋਲਚਾਲ ਦੇ ਵਿੱਚ ਵੀ ਨਾ ਮੁਹਾਵਰਿਆਂ ਦੀ ਜਦੋਂ ਵਰਤੋਂ ਕਰਦੇ ਹਾਂ ਤੇ ਬੇਟਾ ਸਾਡੀ ਬੋਲਚਾਲ ਤੇ ਸਾਡੀ ਲਿਖਤ ਜਿਹੜੀ ਆ ਉਹ ਬਹੁਤ ਹੀ ਵਧੀਆ ਬਣ ਜਾਂਦੀ ਆ, ਬੜੀ ਪ੍ਰਭਾਵ ਪਾਉਂਦੀ ਆ ਦੂਸਰੇ ਉੱਪਰ। ਫੁੱਲਾਂ ਨਾਲ ਤੋਲ ਕੇ ਰੱਖਣਾ, ਕਿਸੇ ਦਾ ਮਾਣ ਸਤਿਕਾਰ ਕਰਨਾ, ਆਦਰ ਕਰਨਾ। ਵਣ ਦੀ ਲੱਕੜੀ ਇਕੱਠੀ ਹੋਣਾ, ਵੱਖ ਲੋਕ ਇਕੱਠੇ ਹੋਣਾ। ਭਾਂਤ ਮਤਲਬ ਇਲਾਕੇ ਦੇ ਲਾ ਲਓ, ਪਿੰਡਾਂ ਦੇ ਲਾ ਲਓ, ਸ਼ਹਿਰਾਂ ਦੇ ਲੋਕ ਜਦੋਂ ਇਕੱਠੇ ਹੁੰਦੇ ਆ ਤਾਂ ਅਸੀਂ ਉਹਨੂੰ ਕੀ ਕਹਿੰਦੇ ਆ? ਵਣ ਦੀ ਲੱਕੜੀ ਇਕੱਠੀ ਹੋਣਾ। ਬਲ ਜਾਣਾ, ਕੁਰਬਾਨ ਜਾਣਾ। ਬੇੜਾ ਪਾਰ ਕਰਨਾ, ਸਫਲ ਕਰਨਾ। ਭਰਿਆ ਪੀਤਾ ਹੋਣਾ, ਅੰਦਰੋਂ ਅੰਦਰ ਗੁੱਸੇ ਵਿੱਚ ਹੋਣਾ। ਭੂਤ ਸਵਾਰ ਹੋਣਾ, ਕਿਸੇ ਗੱਲ ਦੇ ਪਿੱਛੇ ਪੈ ਜਾਣਾ। ਮਨ 'ਚ ਲੱਡੂ ਭੋਰਨਾ, ਮਨ ਹੀ ਮਨ ਖੁਸ਼ ਹੋਣਾ। ਬੇਟਾ ਅੱਗੇ ਦੇਖੋ ਮੁਹਾਵਰਾ ਮੂੰਹ ਦੀ ਖਾਣਾ। ਮੂੰਹ ਦੀ ਖਾਣਾ, ਬੁਰੀ ਤਰ੍ਹਾਂ ਹਾਰ ਜਾਣਾ, ਬੁਰੀ ਤਰ੍ਹਾਂ ਹਾਰਨਾ। ਰੱਤ ਪੀਣਾ, ਦੂਜਿਆਂ ਦਾ ਹੱਕ ਖਾਣਾ। ਰਾਹ ਤੱਕਣਾ, ਉਡੀਕਣਾ। ਰੰਗ ਮੰਨਣਾ, ਸੁੱਖ ਮੰਨਣਾ। ਲੱਕ ਬੰਨਣਾ, ਤਿਆਰ ਹੋਣਾ। ਲੋਹਾ ਮੰਨਣਾ, ਪ੍ਰਭਾਵ ਮੰਨਣਾ। ਵਾਲ ਬਿੰਗਾ ਨਾ ਹੋਣਾ, ਜਰਾ ਵੀ ਨੁਕਸਾਨ ਨਾ ਹੋਣਾ, ਕੋਈ ਵੀ ਨੁਕਸਾਨ ਨਾ ਹੋਣਾ। ਪਿਆਰੇ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਮੁਹਾਵਰਿਆਂ ਬਾਰੇ ਚੰਗੀ ਤਰ੍ਹਾਂ ਜਾਣ ਗਏ ਹੋਵੋਗੇ ਤੇ ਹੁਣ ਤੁਸੀਂ ਬੱਚਿਓ ਮੁਹਾਵਰਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰਨੀ ਹੈ ਤੇ ਇਸ ਦੀ ਵਾਕਾਂ ਵਿੱਚ ਵਰਤੋਂ ਕਰਕੇ ਦੇਖਣੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ।